ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ ਸੁਨ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨਾ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨਾ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਪਾਤਸ਼ਾਹ ਸਮੁੱਚੀ ਮਾਨਵਤਾ ਦੇ ਸਾਂਝੇ ਪੈਗੰਬਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੀ ਬਖਸ਼ਿਸ਼ਾਂ ਭਰੀ ਮਿਹਰਾਂ ਭਰੀ ਪਵਿੱਤਰ ਗੋਦ ਅੰਦਰ ਬਿਰਾਜਮਾਨ ਸੁਭਾਏਮਾਨ ਗੁਰੂ ਪਿਆਰੇ ਸਮੂਹ ਸਤ ਸੰਗੀ ਜਨੋ ਸਾਹਿਬਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ। ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਚਰਨਾਂ ਦੇ ਨਾਲ ਜੁੜਨਾ ਕੀਤਾ ਹੈ। ਦੋ ਜਹਾਨਾਂ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਸੋਢੀ ਸੁਲਤਾਨ
ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਤਿੰਨਾਂ ਦੇ ਪਾਵਨ ਮਿਹਰਾਂ ਦੇ ਨਾਲ ਸੱਜੀ ਹੋਈ ਏ ਰਹਿਮਤਾਂ ਭਰੀ ਧਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸੰਗਤਾਂ ਭਾਵਨਾ ਦੇ ਨਾਲ ਦੀਦਾਰ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੀਆਂ ਨੇ ਔਰ ਅੰਮ੍ਰਿਤ ਵੇਲੇ ਤੋਂ ਬਖਸ਼ਿਸ਼ ਹੋਇਆ, ਨਜ਼ਲ ਹੋਇਆ ਅੱਜ ਦਾ ਪਾਵਨ ਪਵਿੱਤਰ ਹੁਕਮ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਜੈਤਸਰੀ ਦੀ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 709 ਉੱਪਰ ਇਹ ਰੱਬੀ ਬਚਨ ਬਿਰਾਜਮਾਨ ਹੈ। ਸਮੁੱਚੀ ਮਾਨਵਤਾ ਦੇ ਭਲੇ ਲਈ ਹਜ਼ੂਰ ਨੇ ਜੋ ਇਲਾਹੀ ਦਰਗਾਹੀ ਫਰਮਾਨ ਸਾਡੀ ਝੋਲੀ ਪਾਇਆ ਹੈ। ਆਓ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਹਜ਼ੂਰ ਦੀਆਂ ਅਸੀਸਾਂ ਨੂੰ ਰੋਜ਼ਾਨਾ ਹੀ ਮਾਣਦੇ ਹੋ। ਬਖਸ਼ਿਸ਼ ਹੋਏ ਪਾਵਨ ਹੁਕਮ ਦੀ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ, ਹਾਜ਼ਰੀ ਲਵਾਓ। ਸਮੁੱਚੇ ਜਨ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਸਤਿਗੁਰੂ ਜੀ ਕਿਰਪਾ ਕਰਦਿਆਂ ਦਾਤ ਝੋਲੀ ਪਾਉਂਦੇ ਨੇ। ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਇਸ ਸੰਸਾਰ ਦੇ ਵਿੱਚ ਹਰ ਬੰਦਾ ਆਸਰੇ ਦੀ ਭਾਲ ਵਿੱਚ ਹੈ। ਕੋਈ ਕਿਸੇ ਤਰ੍ਹਾਂ ਦਾ ਆਸਰਾ ਲੱਭਦਾ ਹੈ, ਕੋਈ ਕਿਸੇ ਤਰ੍ਹਾਂ ਦਾ ਆਸਰਾ ਲੱਭਦਾ ਹੈ। ਸਾਰਾ ਜੀਵਨ ਜਨਮ ਤੋਂ ਮੌਤ ਤੱਕ ਹਰ ਬੰਦਾ ਆਸ ਦੇ ਵਿੱਚ ਜੀ ਰਿਹਾ, ਆਸਰੇ ਦੀ ਭਾਲ ਵਿੱਚ ਜੀ ਰਿਹਾ। ਪਰ ਨਾਲ ਪੀੜਾ ਇਹ ਹੈ, ਆਸਰਾ ਅਸੀਂ ਉਹਨਾਂ ਦਾ ਭਾਲਦੇ ਹਾਂ ਜੋ ਖੁਦ ਬੇਸਹਾਰਾ ਨੇ। ਸਹਾਰਾ ਉਹਨਾਂ ਦਾ ਲੱਭਦੇ ਪਏ ਆ ਜਿਹੜੇ ਖੁਦ ਬੇਸਹਾਰਾ ਨੇ। ਪਿਤਾ ਗੁਰੂਦੇਵ ਨੇ ਅੱਜ ਇਹ ਦਾਤ ਸਾਡੀ ਝੋਲੀ ਪਾਈ ਹੈ ਕਿ ਰੱਬੀ ਜਨਾਂ ਨੂੰ, ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆਂ ਨੂੰ ਕਿਹਦਾ ਆਸਰਾ ਹੈ? ਤੇ ਇਹ ਗੁਰੂ ਦੀ ਸੰਗਤ, ਇਹ ਗੁਰੂ ਦੇ ਸਿੱਖਾ, ਤੂੰ ਕਿਹਦੇ ਆਸਰੇ ਨੂੰ ਮੰਨਣਾ ਹੈ? ਪਾਵਨ ਬਚਨ ਨੂੰ ਫਿਰ ਧਿਆਨ ਵਿੱਚ ਲਿਆਈਏ। ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਸੰਤ ਜਨਾਂ ਨੂੰ ਵਾਹਿਗੁਰੂ ਦੇ ਘਰ ਦੀ ਕੀਰਤੀ, ਸਿਫਤ ਸਲਾਹ, ਉਹਦੇ ਕੀਰਤਨ ਦਾ, ਉਹਦੀ ਬੰਦਗੀ ਦਾ ਭਰੋਸਾ ਹੈ, ਆਸਰਾ ਹੈ। ਔਰ ਉਹ ਇਸ ਆਸਰੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਸੰਸਾਰ ਤੋਂ ਨਿਰੰਕਾਰ ਦੇ ਨਾਲ ਜੋੜ ਲੈਂਦੇ ਨੇ। ਜੀਵਨ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਭ ਤੋਂ ਵੱਡਾ ਆਸਰਾ ਜੇਕਰ ਕੋਈ ਹੈ ਤੇ ਉਹ ਹੈ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦਾ, ਵਾਹਿਗੁਰੂ ਦੇ ਨਾਮ ਦਾ, ਮਾਲਕ ਦੇ ਦਰ ਦਾ, ਮਾਲਕ ਦੇ ਘਰ ਦਾ। ਜਿਵੇਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਅਕਸਰ ਤੁਸੀਂ ਇਹ ਬਚਨ ਪੜ੍ਹਦੇ ਹੋ, ਜਿਵੇਂ ਸੰਸਾਰੀ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤੇ ਹਜ਼ੂਰ ਕਹਿੰਦੇ ਨੇ ਹਰ ਰਿਸ਼ਤੇ ਦੀ ਸੀਮਾ ਹੈ। ਕੋਈ ਜਿਹੜਾ ਰਿਸ਼ਤਾ ਆ ਉਹ ਕਿਤੋਂ ਤੱਕ ਆਸਰਾ ਦੇ ਸਕਦਾ ਹੈ, ਸਹਾਰਾ ਦੇ ਸਕਦਾ ਹੈ। ਹਰ ਰਿਸ਼ਤੇ ਦੀ ਸੀਮਾ ਹੈ। ਪਰ ਪਰਮਾਤਮਾ ਪਿਤਾ ਦਾ ਦਰ ਘਰ ਐਸਾ ਹੈ, ਮਾਲਕ ਦੇ ਘਰ ਦੀ ਦਾਤ, ਨਾਮ ਦੀ ਦਾਤ ਐਸੀ ਹੈ ਜਿਹੜੀ ਕੱਲੀ ਲੋਕ ਵਿੱਚ ਨਹੀਂ ਪਰਲੋਕ ਵਿੱਚ ਵੀ ਸਹਾਇਤਾ ਕਰੇਗੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ,
मन ऊहा नाम तेरे संग सहाई। जय महा भयान दूत जम दलै तह केवल नाम संग तेरे चलै। जह मुश्किल होवे अत भारी हर को नाम खिन माहे उधारी। अनक पुनः चरण करत नहीं तरै हर को नाम कोट पाप पर हरै। ਉਹ ਰੱਬ ਦੇ ਨਾਮ ਦਾ ਕੀਰਤਨ ਦਾ ਬੰਦਗੀ ਦਾ ਆਸਰਾ ਤੱਕਿਆ ਆ ਰੱਬ ਦੇ ਪਿਆਰੇ ਸੰਤ ਜਨਾਂ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜੀ ਵੱਡੀ ਮਹਾਨਤਾ ਦਿੱਤੀ ਗਈ ਪਿਆਰਿਓ। ਕੀਰਤੀ ਨੂੰ ਕੀਰਤਨ ਨੂੰ ਮੈਂ ਫਿਰ ਅਰਜ਼ ਕਰਦੇ ਹਾਂ, ਕੀਰਤਨ ਦਾ ਅਖਰੀ ਅਰਥ ਹੀ ਪਰਮਾਤਮਾ ਦੀ ਸਿਫਤ ਕਰਨ ਦਾ ਨਾਂ ਹੈ। ਉਹ ਕੀਰਤੀ कोई किसी रूप च भी कर रहा है, वो कीर्तन ही है, वो ओदी सिफत सलाह ही है। सतगुरु जी रब्बी बाणी च ये दात साडी झोली पाउंदे ने कि हर कीर्तन हर कीरत साध संगत है। सिर करमन कै कर्मा कहो नानक जिस भयो प्राप्त तिस पुरब लिखे का लैना। कीर्तन दी दात ऐसी है, कर्म धर्म पाखंड जो दीसै तिन जम जागाती लूटै। जेड़े कर्म असी धर्म दे नां ते कर रहे हैं, कुछ कर्म कांड ऐसे इंसान करदा है जिन्हां उत्ते कुछ धर्म दे लोकां ने मोहर ला दित्ती, पर हजूर कहंदे ने सारे दे सारे पखंड ने। इन्हां दा जेड़ा फल आ वो ते जमा ने जगात विच ही लै जाना, भाव टैक्स दे रूप च लै जाना है। मालक दे दर तक तेरे नाल की जाएगा। कर्म धर्म पाखंड जो दीसै तिन जम जागाती लूटै। निर्वाण कीर्तन गावो करते का निमक सिमरत जित छूटै। उस वाहिगुरु दे नाम दी कीर्ति कर। वो कीर्तन कीतियां कीर्तन सुनिया तेरी जिंदगी का निमख दे विच ही निस्तारा हो जाएगा, क्योंकि कीर्तन का बड़ा वड्डा आसरा है। छोटा जिहा बोल एक इतिहास विचों कवां, गल नेड़ियों पकड़ च आएगी। बड़ी पवित्र धरती है। रब्बी बाणी ने आखिया फेर वसाया फेर वाण सतगुर खडूर। बाबे फेरू मल दे सुपुत्र सत्कारयोग सतगुरु धन श्री गुरु अंगद साहिब जी महाराज खडूर की धरती नूं उन्होंने खडूर साहिब बना दिता। जिस दिन गुरु नानक साहब सतगुरु दी संगत माणी 7 साल 1532 तो 1539 तक बख्शिश पाई, करतारपुर साहब तो चल के महाराज खडूर साहब आ गए। सब तो वड्डी अंदर विछोड़े दी एक पीड़ ये सी कि कुछ लोग वो सन जिहड़े गुरु अंगद साहब जी दी गद्दी मिलण ते विरोधता करते सन। ते एक अंदर पीड़ा ये है, दर्द ये है, जिस माही दे जिस मालक सतगुरु गुरु नानक साहब दे धन गुरु अंगद साहब रोज़ दीदारे करते सन, अज उस स्वरूप विच दीदार नहीं हो रहे। ते रिश्ते विचों लगदी होई भूआ माता पिराई जिन्हां दे घर विच गुरु अंगद साहब जी कुछ समय लई एकांत वस हो गए। दरवाज़ा बंद हो गया। गुरु नानक साहब दे ज्योति जोत समाउण तो बाद संगतां गुरु अंगद साहब दे चरनां नाल जुड़ियां। महाराज करतारपुर साहब तो चल के खडूर साहब आ गए, पर खडूर साहब की धरती ते हुण संगत बेबल है। गुरु अंगद साहब दे दीदार नहीं हो रहे। ते ब्रह्म ज्ञानी बाबा बुढ़ा साहब दे अगे हाथ जोड़े। संगत ने बाबा जी तुहाडे लई गुरु नानक साहब ने एक बचन आख्या है, बुढ़िया तेरे तो कदे ओले ना होसां, मेहर करो सतगुरु दे दीदार किवें कीते जाण। हजूर ते किते ना किते एकांत वस बैठे ने और साडे लई लभना अजे औखा है। बाबा बुढ़ा साहब ने माता पिराई नूं पुछया, पर उन्हां अग्गेों कोई ठोस जवाब ना दिता। पर उन्हां दे मस्तक उत्ते डुलदा होया नूर इस गल का जवाब दे गया कि गुरु अंगद साहब इत्थे ही ने। दरवाज़ा बेशक बाहरों बंद है। बाबा बुढ़ा साहब कहंदे ने एक तरीका है,
ਅੱਜ ਭਰਮ ਵਾਲੇ ਪਰਦੇ ਖੋਲ ਕੇ ਧਰਮ ਨਾਲ ਜੁੜ ਜਾਣ ਦਾ। ਸੰਗਤ ਜੀ, ਇੱਥੇ ਬੈਠ ਕੇ ਕੀਰਤਨ ਆਰੰਭ ਕਰੋ। ਜਿੱਦਣ ਕੀਰਤਨ ਦੇ ਦਾਤੇ ਦੇ ਸਨਮੁਖ ਕੀਰਤਨ ਹੋਏਗਾ, ਉਹਦੇ ਦੀਦਾਰ ਜ਼ਰੂਰ ਹੋਣਗੇ। ਸੰਗਤ ਨੇ ਮਾਤਾ ਪਿਰਾਈ ਦੇ ਘਰ ਬੈਠ ਕੇ ਕੀਰਤਨ ਆਰੰਭ ਕੀਤਾ, ਦਰਵਾਜ਼ਾ ਖੁੱਲਿਆ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਆ ਕੇ ਸੰਗਤ ਦੇ ਵਿੱਚ ਬੈਠ ਗਏ। ਇਹ ਇਤਿਹਾਸ ਦੀ ਕੜੀ ਸਾਡੇ ਲਈ ਅੱਜ ਵੀ ਉਨੀ ਨਵੀਨ ਹੈ ਜਿਵੇਂ ਉਦੋਂ ਨਵੀਨ ਸੀ ਕਿ ਸਾਡੇ ਅੰਦਰ ਪਰਮ ਪਿਤਾ ਪਰਮਾਤਮਾ ਦਾ ਵਾਸਾ ਆ। ਸਤਿਗੁਰੂ ਹਰ ਸਿੱਖ ਨਾਲ ਵਸਦਾ ਆ, ਪਰ ਜਿਸ ਦਿਨ ਸਿੱਖ ਦੇ ਹਿਰਦੇ ਵਿੱਚੋਂ ਕੀਰਤਨ ਦਾ ਝਰਨਾ ਫੁੱਟਿਆ, ਕੀਰਤਨ ਦਾ ਆਸਰਾ ਲੈ ਲਿਆ, ਕੀਰਤਨ ਸੁਣਨ ਦਾ ਆਨੰਦ ਸ਼ੁਰੂ ਹੋ ਗਿਆ, ਯਾਦ ਰੱਖਿਓ ਗੁਰੂ ਦੇ ਨਾਲ ਇੱਕ ਅਦੁੱਤੀ ਸਾਂਝ ਬਣ ਜਾਂਦੀ ਹੈ। ਕਿਉਂਕਿ ਸਭ ਤੋਂ ਵੱਡੀ ਦਾਤ ਹੀ ਮਹਾਰਾਜ ਨੇ ਰੱਬੀ ਬਾਣੀ ਵਿੱਚ ਗੁਰੂ ਦੀ ਸਿਫਤ, ਗੁਰੂ ਦੀ ਬਾਣੀ ਆਖੀ। ਅਖੰਡ ਕੀਰਤਨ ਤੇ ਭੋਜਨ ਚੂਰਾ, ਉਹਨਾਂ ਗੁਰਮੁਖਾਂ ਲਈ ਭੋਜਨ ਬਣ ਜਾਂਦਾ ਹੈ ਪਰਮ ਪਿਤਾ ਪਰਮਾਤਮਾ ਦੀ ਸਿਫਤ ਦਾ ਕੀਰਤਨ। ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਮਨੁੱਖਤਾ ਦੀ ਝੋਲੀ ਵਿੱਚ ਦਾਤ ਪਾਉਂਦੇ ਨੇ ਕਿ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ। ਪਰਮਾਤਮਾ ਦੇ ਕੀਰਤਨ ਦਾ ਆਸਰਾ ਲੈ ਕੇ ਸੰਤ ਜਨ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਹੈ। ਨਿਰਮਲੰ ਸੰਤ ਸੰਗੇਣ, ਉਹਨਾਂ ਮੈਲ ਤੋਂ ਰਹਿਤ ਰੱਬ ਦੇ ਪਿਆਰਿਆਂ ਦੀ ਜਿਹੜੀ ਸ਼ੋਅ ਹੈ, ਰੱਬ ਦੇ ਪਿਆਰਿਆਂ ਦੀ ਜਿਹੜੀ ਸੰਗਤ ਆ, ਉਹ ਵੀ ਪਾਰ ਲਾ ਦਿੰਦੀ ਹੈ ਜਿਨ੍ਹਾਂ ਨੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੀ ਓਟ ਤੱਕ ਲਈ ਆਸਰਾ ਤੱਕ ਲਿਆ। ਸਿੱਖ ਅਰਦਾਸ ਦੀ ਸਮਾਪਤੀ ਵੇਲੇ ਇੱਕ ਬਚਨ ਰੋਜ਼ ਪੜ੍ਹਦਾ ਸੁਣਦਾ ਹੈ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿਤ ਆਵੇ। ਇਹਦਾ ਮਤਲਬ ਉਹ ਰੱਬ ਦੇ ਪਿਆਰੇ ਦੁਨੀਆ 'ਚ ਹਨ ਜਿਨ੍ਹਾਂ ਦੀ ਸੰਗਤ ਸਿੱਖ ਰੋਜ਼ ਮੰਗਦਾ ਹੈ। ਹਜ਼ੂਰ ਕਹਿੰਦੇ ਨੇ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਉਹਨਾਂ ਰੱਬ ਦੇ ਪਿਆਰਿਆਂ ਨਾਲ ਸਾਂਝ ਬਣਾ ਜਿਹੜੇ ਪੱਕੇ ਨੇ। ਨਿਰਮਲੰ ਸੰਤ ਸੰਗੇਣ, ਉਹਨਾਂ ਦੀ ਸੰਗਤ ਜਿਹੜੀ ਹੈ ਉਹ ਜੀਵਨ ਨੂੰ ਪਾਰ ਲਾ ਦਿੰਦੀ ਹੈ। ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ। ਗੁਰੂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਜਿਨ੍ਹਾਂ ਦੀ ਸ਼ੋਅ ਨਾਲ ਜੀਵਨ ਨਿਰਮਲ ਹੋ ਜਾਂਦਾ ਹੈ। ਫਿਰ ਅਰਜ਼ ਕਰਦੇ ਹਾਂ, ਅੱਜ ਸਾਡੀ ਜ਼ਿੰਦਗੀ 'ਚ ਇਹ ਘਾਟ ਹੈ ਕਿ ਅਸੀਂ ਬਾਣੀ ਤੋਂ ਦੂਰ ਤੁਰੇ ਜਾ ਰਹੇ ਹਾਂ, ਗੁਰੂ ਦੇ ਦਰ ਤੋਂ ਦੂਰ ਤੁਰੇ ਜਾ ਰਹੇ ਹਾਂ। ਨਗਰਾਂ ਖੇੜਿਆਂ ਦੇ ਵਿੱਚ ਜਾ ਕੇ ਤੱਕੀਏ, ਅੰਮ੍ਰਿਤ ਵੇਲੇ ਗੁਰਦੁਆਰੇ ਸਾਹਿਬ ਦੇ ਵਿੱਚ ਪ੍ਰਕਾਸ਼ ਹੋਣਾ ਤੇ ਕਿੰਨੀ ਕੁ ਸੰਗਤ ਹੈ ਜਿਹੜੀ ਹਾਜ਼ਰੀ ਭਰਦੀ ਹੈ। ਕਿੰਨੇ ਕਹਾਂ ਜਿਨ੍ਹਾਂ ਕੋਲ ਸਤਿਗੁਰੂ ਦੇ ਦਰ ਘਰ ਦਾ ਨੇਮ ਹੈ। ਫਿਰ ਇਹਨਾਂ ਦੋਹਾਂ ਤੁਕਾਂ ਦੇ ਭਾਵ ਅਰਥ ਨੂੰ ਸਮਝਿਓ ਕਿ ਸੰਤ ਜਨਾਂ ਨੂੰ ਮਾਲਕ ਦੀ ਬਾਣੀ ਦਾ ਆਸਰਾ, ਕੀਰਤਨ ਦਾ ਆਸਰਾ ਔਰ ਉਹਨਾਂ ਸਾਧੂਆਂ ਦੀ ਸੰਗਤ ਕਿਤੇ ਮਿਲ ਜਾਏ, ਪਰਮਾਤਮਾ ਦੀ ਓਟ ਸਹਾਰਾ ਮਿਲ ਜਾਏ, ਜੀਵਨ ਪਾਰ ਲੰਘ ਜਾਂਦਾ ਹੈ। ਇਤਿਹਾਸ ਦੀ ਬੜੀ ਪਿਆਰੀ ਇੱਕ ਦੂਜੀ ਘਟਨਾ ਹੈ। ਇੱਕ ਬੜੀ ਪਿਆਰੀ ਗੁਰਮੁਖ ਰੂਹ ਹੋਈ। ਸਤਿਕਾਰਯੋਗ ਪ੍ਰੋਫੈਸਰ ਪੂਰਨ ਸਿੰਘ ਜੀ, ਇਸ ਛੋਟੀ ਜੀ ਸਾਖੀ ਵਿੱਚੋਂ ਬੜਾ ਕੁਝ ਵੇਖਣ ਨੂੰ ਮਿਲੇਗਾ। ਜਿਵੇਂ ਅੱਜ ਜਦੋਂ ਅਸੀਂ ਰਿਸ਼ਤਿਆਂ ਵੱਲ ਤੱਕਦੇ ਆ ਨਾ, ਜਿੰਨੀ ਪਾਕੀਜ਼ਗੀ, ਜਿੰਨੀ ਪਵਿੱਤਰਤਾ ਗੁਰੂ ਨਾਨਕ ਸਾਹਿਬ ਨੇ ਸੰਸਾਰੀ ਰਿਸ਼ਤਿਆਂ ਨੂੰ ਦਿੱਤੀ ਸੀ। ਖਿਮਾ ਕਰਨਾ, ਅੱਜ ਸੋਸ਼ਲ ਮੀਡੀਆ ਇਸ ਗੱਲ ਤੇ ਵਾਰ-ਵਾਰ ਦੱਸ ਰਿਹਾ ਕਿ ਦੌੜ ਮਾਇਆ ਦੀ ਇੰਨੀ ਕੁ ਬਣ ਗਈ, ਪਦਾਰਥਵਾਦ ਦੀ ਇੰਨੀ ਕੁ ਦੌੜ ਹੈ। ਅਸੀਂ ਉਹ ਦਿਨੋਂ ਦਿਨ ਟੁੱਟਦੇ ਜਾ ਰਹੇ ਹਾਂ। ਹਜ਼ਾਰਾਂ ਕੇਸ ਰੋਜ਼ਾਨਾ ਫਾਈਲ ਹੋ ਰਹੇ ਨੇ,
ਕਿ ਬੰਦਾ ਸੰਸਾਰ ਦੇ ਰਿਸ਼ਤਿਆਂ ਨੂੰ ਅਹਿਮੀਅਤ ਨਹੀਂ ਦੇ ਰਿਹਾ, ਪਰ ਜੇ ਉਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਸਮਝੀਏ ਬੜਾ ਕੁਝ ਮਿਲਦਾ ਹੈ। ਰਾਵਲਪਿੰਡੀ ਦੀ ਧਰਤੀ, ਪ੍ਰੋਫੈਸਰ ਪੂਰਨ ਸਿੰਘ ਬਚਪਨ ਵਿੱਚ ਬੜੇ ਹੁਸ਼ਿਆਰ ਸਨ। ਨਗਰ ਨੇ ਮਿਲ ਜੁਲ ਕੇ ਫੈਸਲਾ ਕੀਤਾ ਕਿ ਵਿਦੇਸ਼ ਭੇਜਿਆ ਜਾਏ ਪੂਰਨ ਸਿੰਘ ਨੂੰ ਪੜ੍ਹਨ ਲਈ, ਪਰ ਮਾਂ ਦਾ ਬੜਾ ਵੱਡਾ ਯੋਗਦਾਨ ਸੀ। ਮਾਂ ਨੇ ਰੋਜ਼ ਨਿੱਕੇ ਹੁੰਦਿਆਂ ਅਕਸਰ ਕਹਿਣਾ, ਪੂਰਨ ਸਿੰਘ ਜਪਜੀ ਸਾਹਿਬ ਪੜ੍ਹ ਲਿਆ? ਹਾਂ ਮਾਂ ਪੜ੍ਹ ਲਿਆ। ਰੋਜ਼ ਸਵੇਰੇ ਪੁੱਛਣਾ, ਪੁੱਤ ਜਪਜੀ ਸਾਹਿਬ ਦਾ ਪਾਠ ਕਰ ਲਿਆ? ਹਾਂ ਮਾਂ ਕਰ ਲਿਆ। ਬਚਪਨ ਵਿੱਚ ਤੇ ਬੱਚਾ ਜਵਾਬ ਦਿੰਦਾ ਹੈ, ਪਰ ਜਦੋਂ ਥੋੜਾ ਵੱਡਾ ਹੋ ਜਾਏ ਨਾ, ਵੱਡੇ ਹੋ ਕੇ ਇੰਜ ਲੱਗਦਾ ਜਿਵੇਂ ਮੇਰੇ ਤੇ ਕੋਈ ਸ਼ੱਕ ਕਰ ਰਿਹਾ। ਜਿਸ ਦਿਨ ਪੂਰਨ ਸਿੰਘ ਜਾਣ ਲੱਗੇ, ਉਮਰ ਬੇਸ਼ੱਕ ਛੋਟੀ ਸੀ, ਰਾਤ ਨੂੰ ਸਮਾਨ ਪੈਕ ਕੀਤਾ। ਮਾਂ ਪੁੱਛਿਆ, ਪੂਰਨ ਸਿੰਘ ਸਾਰਾ ਸਮਾਨ ਪੁੱਤ ਰੱਖ ਲਿਆ? ਮਾਂ ਰੱਖ ਲਿਆ। ਦੂਜੀ ਵਾਰ ਉਹਨੇ ਫਿਰ ਪੁੱਛਿਆ, ਮੈਂ ਤੇਰੇ ਸਮਾਨ ਨੂੰ ਵੇਖਿਆ, ਕੁਝ ਨਾ ਕੁਝ ਤੇਰਾ ਰਹਿ ਗਿਆ, ਚੇਤੇ ਕਰਕੇ ਤੇ ਭੁੱਲ ਨਾ ਜਾਈਂ। ਥੋੜਾ ਜਿਹਾ ਕਾਹਲਾ ਪੈ ਕੇ ਕਹਿੰਦਾ, ਮਾਂ ਮੈਂ ਵੱਡਾ ਹੋ ਗਿਆ ਹਾਂ, ਸਿਆਣਾ ਆ, ਮੈਨੂੰ ਪਤਾ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ, ਮੈਂ ਸਾਂਭ ਲਈ ਹੈ। ਦਿਨ ਦਾ ਚੜ੍ਹਾਅ ਹੋਇਆ, ਤੁਰਨ ਲੱਗਿਆ ਮਾਂ ਫਿਰ ਇੱਕੋ ਗੱਲ ਦੁਹਰਾਈ, ਪੁੱਤ ਕੋਈ ਤੇਰਾ ਰਹਿ ਤੇ ਨਹੀਂ ਗਿਆ? ਕਹਿਣ ਲੱਗਾ, ਹੈਰਾਨੀ ਹੈ ਮਾਂ, ਕੁਝ ਨਹੀਂ ਰਹਿ ਗਿਆ। ਸਟੇਸ਼ਨ ਤੇ ਛੱਡਣ ਗਏ, ਟ੍ਰੇਨ ਆਉਣ ਵਾਲੀ ਹੋ ਗਈ, ਅਨਾਉਂਸ ਕਰ ਦਿੱਤਾ ਕਿ ਯਾਤਰੀ ਇਕੱਠੇ ਹੋ ਜਾਣ। ਮਾਂ ਨੇ ਫਿਰ ਬਾਂਹ ਫੜ ਕੇ ਆਖਿਆ, ਪੂਰਨ ਸਿੰਘ ਪੁੱਤਰ ਕੁਝ ਰਹਿ ਤੇ ਨਹੀਂ ਗਿਆ? ਗੁੱਸੇ 'ਚ ਕਹਿਣ ਲੱਗਾ, ਮਾਂ ਕਮਾਲ ਦੀ ਗੱਲ ਹੈ, ਜੇ ਕੁਝ ਰਹਿ ਵੀ ਗਿਆ ਹੋਏਗਾ ਹੁਣ ਕਿਹੜਾ ਦੂਰੋਂ ਘਰੋਂ ਜਾ ਕੇ ਲਿਆ ਸਕਦੇ ਆ? ਮਾਂ ਕਹਿਣ ਲੱਗੀ, ਪੁੱਤ ਸੱਚੀ ਰਹਿ ਗਿਆ, ਜੋ ਰਹਿ ਗਿਆ ਉਹ ਮੈਂ ਤੈਨੂੰ ਦੱਸਾਂ, ਤੂੰ ਕੀ ਛੱਡ ਆਇਆ? ਮਾਂ ਨੇ ਆਪਣੀ ਚੁੰਨੀ ਦਾ ਪੱਲਾ ਖੋਲਿਆ, ਰੁਮਾਲਾ ਸਾਹਿਬ ਖੋਲਿਆ, ਉਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਦਾ ਗੁਟਕਾ ਸਾਹਿਬ ਹੈ। ਪੁੱਤ ਤੂੰ ਆ ਛੱਡ ਚੱਲਿਆ, ਆ ਸਾਂਭ ਕੇ ਰੱਖੀ, ਮੈਂ ਭਰੋਸਾ ਦਿਵਾਉਣੀ ਆ, ਜਪਜੀ ਸਾਹਿਬ ਦਾ ਆਸਰਾ ਤੱਕੀ ਰੱਖੀ, ਜ਼ਿੰਦਗੀ 'ਚ ਕਦੇ ਡੋਲੇਗਾ ਨਹੀਂ। ਜਪਜੀ ਸਾਹਿਬ ਤੈਨੂੰ ਸਹਾਰਾ ਦੇਗਾ। ਖੈਰ ਪੂਰਨ ਸਿੰਘ ਵਿਦੇਸ਼ ਗਿਆ। ਸਮਾਂ ਸੀਮਤ, ਮੈਂ ਸਿਰਫ ਬੋਲ ਦੋ ਚੌਂ ਵਿੱਚ ਇਸ ਬੋਲਾਂ ਨੂੰ ਸਮਾਪਤ ਕਰਾਂ। ਪੂਰਨ ਸਿੰਘ ਉੱਥੇ ਜਾ ਕੇ ਜੀਵਨ ਬਦਲਿਆ। ਪਹਿਲੀ ਸੰਗਤ ਕਿਸੇ ਬੋਧੀ ਸਾਧੂ ਦੀ ਮਿਲੀ, ਪੂਰਨ ਸਿੰਘ ਸਿੱਖੀ ਤੋਂ ਮੁਨਕਰ ਹੋ ਕੇ ਬੋਧੀ ਹੋ ਗਿਆ। ਮੈਂ ਬੇਨਤੀ ਕਰਦੇ ਹਾਂ, ਅਸੀਂ ਸਿੱਖੀ ਨੂੰ ਬਹੁਤ ਸੌਖਾ ਜਿਹਾ ਕਨਸੈਪਟ ਸਮਝਦੇ ਹਾਂ, ਅਸਲ ਵਿੱਚ ਸਾਨੂੰ ਪਰਿਵਾਰਾਂ ਚੋਂ ਮਿਲ ਕੇ, ਜਿਨ੍ਹਾਂ ਨੇ ਸਿੱਖੀ ਨੂੰ ਸਮਝ ਕੇ ਕਮਾਇਆ। ਕਦੀ ਪੜ੍ਹਿਓ ਕਿਤਾਬ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੀ, ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜੀਵਨ ਕਦੀ ਪੜ੍ਹ ਕੇ ਵੇਖਿਓ। ਪਿਆਰਿਓ, ਅੱਜ ਸਾਡੀ ਦੌੜ ਐਸੀ, ਅਸੀਂ ਗੁਰੂ ਦੇ ਦਰ ਨੂੰ ਛੱਡ ਕੇ ਨਚਾਰ ਲੋਕਾਂ ਦੇ ਮਗਰ ਤੁਰੇ ਫਿਰਦੇ ਹਾਂ। ਨਚਾਰ ਲੋਕਾਂ ਕਰਕੇ ਸਾਡਾ ਨੌਜਵਾਨ ਗੱਭਰੂ ਲੜਦਾ ਪਿਆ। ਪਰ ਯਾਦ ਰੱਖੋ, ਨੌਜਵਾਨਾਂ ਦੇ ਆਦਰਸ਼ ਜਿਹੜੇ ਆ ਉਹ ਹੋਣੇ ਚਾਹੀਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ। ਕਿਤੇ ਉਹਨਾਂ ਦੇ ਰਾਹਾਂ ਤੇ ਚੱਲਦੇ। ਸਿੰਘ ਬਦਲ ਕੇ ਬੋਧੀ ਬਣਿਆ, ਬੋਧੀ ਤੋਂ ਸੰਨਿਆਸੀ ਬਣਿਆ। ਕੁਝ ਸਾਲਾਂ ਬਾਅਦ ਪੜ੍ਹ ਕੇ ਜਦੋਂ ਵਾਪਸ ਆਇਆ, ਪਰਿਵਾਰ ਸਟੇਸ਼ਨ ਤੇ ਲੈਣ ਗਿਆ, ਸਵਾਰੀਆਂ ਉਤਰ ਗਈਆਂ, ਟ੍ਰੇਨ ਚੱਲ ਪਈ। ਮਾਂ ਨੇ ਤੱਕਿਆ, ਪੁੱਤ ਨਜ਼ਰ ਨਹੀਂ ਆਉਂਦਾ। ਅਚਾਨਕ ਕੋਈ ਕੋਲ ਆ ਕੇ ਖੜੋਤਾ ਹੈ, ਹੱਸ ਕੇ ਆਖਿਆ, ਮਾਂ ਮੈਨੂੰ ਪਹਿਚਾਣਿਆ ਨਹੀਂ? ਮਾਂ ਨੇ ਤੱਕਿਆ, ਗੇਰੂਏ ਰੰਗ ਦੇ ਵਸਤਰ, ਸਿਰ ਦੇ ਉੱਤੇ ਕੇਸ ਨਹੀਂ, ਮਾਂ ਦੀਆਂ ਅੱਖਾਂ 'ਚੋਂ ਹੰਝੂ ਗਿਰੇ। ਪ੍ਰੋਫੈਸਰ ਪੂਰਨ ਸਿੰਘ ਰੋਇਆ ਨਹੀਂ, ਕਹਿਣ ਲੱਗਾ, ਮਾਂ ਵੇਖ ਸੰਨਿਆਸ ਦਾ ਪ੍ਰਭਾਵ ਕਿਦਾਂ ਦਾ ਹੈ। ਕਹਿਣ ਲੱਗੀ, ਪੁੱਤਰਾ ਮੈਂ ਤੇਰੇ ਵੱਲ ਵੇਖ ਕੇ ਨਹੀਂ ਰੋਂਦੀ, ਮੈਂ ਤੇ ਰੋਨੀ ਆ ਸੱਚੇ ਪਾਤਸ਼ਾਹ, ਇਹ ਭੁੱਲ ਸਕਦਾ ਹੈ, ਪਰ ਜਿਹੜਾ ਜਪਜੀ ਸਾਹਿਬ ਮੈਂ ਇਹਨੂੰ ਪੜ੍ਹ ਕੇ ਪਾਲਿਆ ਨਾ, ਉਹ ਜਪਜੀ ਸਾਹਿਬ ਨੇ ਇਹਨੂੰ ਆਸਰਾ ਦੇਣਾ ਸੀ, ਆਸਰਾ ਮਿਲਿਆ ਕਿਉਂ ਨਹੀਂ? ਸਮਾਂ ਚਾਲੇ ਤੁਰਿਆ। ਉਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਕਾਨਫਰੰਸ ਹੁੰਦੀ ਸੀ। ਉਸ ਕਾਨਫਰੰਸ ਦਾ ਇੱਕ ਕਰਮ ਸੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਰਾਗੀ ਭਾਈ ਹੀਰਾ ਸਿੰਘ ਜੀ ਪਹਿਲਾਂ ਕੀਰਤਨ ਕਰਦੇ। ਜਿਹਨੇ ਵੀ ਕਾਨਫਰੰਸ 'ਚ ਬੋਲਣਾ ਹੈ ਉਹਨੂੰ ਕੀਰਤਨ ਸੁਣਨਾ ਪੈਂਦਾ। ਕੀਰਤਨ ਸੁਣੇਗਾ, ਬਾਣੀ ਸੁਣੇਗਾ, ਦੀਵਾਨ ਦੀ ਸਮਾਪਤੀ ਹੋਏਗੀ ਤੇ ਕਾਨਫਰੰਸ ਆਰੰਭ ਹੁੰਦੀ। ਅਚਾਨਕ ਭਾਈ ਸਾਹਿਬ ਜੀ ਕੋਲੋਂ ਕੀਰਤਨ ਸੁਣਿਆ। ਧਿਆਨ ਫਿਰ ਦਿਓ, ਕੀਰਤਨ ਦਾ ਆਸਰਾ ਜਿੱਦਣ ਕਿਸੇ ਜੁੜੇ ਹੋਏ ਕੋਲੋਂ ਬਾਣੀ ਦਾ ਬਚਨ ਸੁਣਿਆ, ਪਿਆਰਿਓ, ਜੁੜਿਆ ਹੋਇਆ ਜੋੜਨ ਦੀ ਸਮਰੱਥਾ ਜ਼ਰੂਰ ਰੱਖਦਾ।
ਕੀਰਤਨ ਸੁਣਿਆ। ਪ੍ਰੋਫੈਸਰ ਪੂਰਨ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਕਮਰੇ 'ਚ ਚਲੇ ਗਏ। ਕਮਰੇ 'ਚ ਜਾਣ ਲੱਗਿਆ ਹੱਸ ਕੇ ਕਹਿੰਦੇ ਆ, ਵੇਖਿਓ ਸਵੇਰੇ ਕੋਈ ਕਰਾਮਾਤ ਨਾ ਹੋ ਜਾਏ। ਆਪਣੇ ਆਪ ਤੇ ਭਰੋਸਾ ਇੰਨਾ ਸੀ ਕਿ ਸਵੇਰੇ ਭਾਈ ਵੀਰ ਸਿੰਘ ਨੂੰ ਕਿਤੇ ਸੰਨਿਆਸੀ ਨਾ ਬਣਾ ਦਿਆਂ। ਭਾਈ ਵੀਰ ਸਿੰਘ ਅੰਮ੍ਰਿਤ ਵੇਲੇ ਉੱਠੇ, ਨਿਤਨੇਮ ਕੀਤਾ। ਕੰਨੀ ਜਦੋਂ ਬਾਣੀ ਪ੍ਰੋਫੈਸਰ ਪੂਰਨ ਸਿੰਘ ਦੇ ਪਈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ, ਮਨ 'ਚ ਵਿਚਾਰ ਆਇਆ ਮਨਾ, ਗੁਰੂ ਨਾਨਕ ਸਾਹਿਬ ਨੇ ਤੇ ਆਖਿਆ, ਸ੍ਰਿਸ਼ਟੀ ਦੀ ਹੋਂਦ ਦਾ ਸਿਰਫ ਉਹਨੂੰ ਪਤਾ ਹੈ ਜਿਹਨੇ ਸਾਜਿਆ। ਨਾ ਵੇਦ ਜਾਣਦੇ, ਨਾ ਕਤੇਬ ਜਾਣਦੇ, ਨਾ ਪੁਰਾਣ ਜਾਣਦੇ, ਨਾ ਕੁਰਾਨ ਜਾਣਦਾ। ਅਖੀਰੀ ਇਹਨਾਂ ਮਨ ਵਿੱਚ ਵਿਰਾਗ ਛਿੜਿਆ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਗਤ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਮੋੜ ਕੇ ਫਿਰ ਸਿੱਖੀ ਵਾਲੇ ਪਾਸੇ ਲਿਆਂਦਾ। ਕਿਸੇ ਸਾਧੂ ਦੀ, ਕਿਸੇ ਕਮਾਈ ਵਾਲੇ ਦੀ, ਮਹਾਤਮਾ ਦੀ ਸੰਗਤ ਮਿਲ ਜਾਏ, ਜੀਵਨ ਨੂੰ ਪਾਰ ਲਾ ਦਿੰਦਾ ਹੈ। ਇੱਕ ਬੋਲ ਮੈਨੂੰ ਵਿੱਚੋਂ ਯਾਦ ਆਇਆ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਜੋਗੀ, ਉਹਨਾਂ ਦੀ ਇੱਕ ਦਿਨ ਕੋਈ ਕੈਸਟ ਸੁਣ ਰਿਹਾ ਸਾਂ। ਉਹਨਾਂ ਇੱਕ ਬੜੀ ਵਧੀਆ ਗੱਲ ਆਖੀ। ਕਹਿਣ ਲੱਗੇ, ਅਸੀਂ ਨਿੱਕੇ ਹੁੰਦੇ ਆ ਮਾਂ ਨੂੰ ਕਦੇ ਕਹਿਣਾ, ਮਾਂ ਭੁੱਖ ਲੱਗੀ ਹੈ, ਪ੍ਰਸ਼ਾਦਾ ਬਣਾ ਦੇ। ਉਹਨੇ ਕਹਿਣਾ, ਬੇਟਾ ਹੁਣੇ ਲਓ। ਉਹਨੇ ਆਟਾ ਗੁੰਨਦਿਆਂ ਜਪਜੀ ਸਾਹਿਬ ਪੜ੍ਹਨਾ, ਬਾਣੀ ਦਾ ਸ਼ਬਦ ਪੜ੍ਹਨਾ, ਪ੍ਰਸ਼ਾਦਾ ਪਕਾਉਂਦਿਆਂ ਸ਼ਬਦ ਪੜ੍ਹਨਾ। ਅਸੀਂ ਹੱਸ ਕੇ ਕਹਿਣਾ, ਮਾਂ ਆਟਾ ਗੁੰਨਦਿਆਂ ਬਾਣੀ ਕਿਉਂ, ਪ੍ਰਸ਼ਾਦਾ ਬਣਾਉਂਦਿਆਂ ਬਾਣੀ ਕਿਉਂ? ਮਾਂ ਨੇ ਕਹਿਣਾ, ਮੇਰੇ ਬੱਚਿਆ, ਮੈਂ ਚਾਹੁੰਦੀ ਹਾਂ ਬਾਣੀ ਕਿਤੇ ਆਟੇ ਰਾਹੀਂ ਤੁਹਾਡੇ ਅੰਦਰ ਚਲੀ ਜਾਏ, ਮੇਰਾ ਜੀਵਨ ਸਫਲਾ ਹੋ ਜਾਏਗਾ। ਤੇ ਹਰਭਜਨ ਸਿੰਘ ਜੋਗੀ ਕਹਿੰਦੇ, ਅਸੀਂ ਭੈਣਾਂ ਭਰਾਵਾਂ ਤਾੜੀਆਂ ਮਾਰ ਮਾਰ ਹੱਸਣਾ, ਮਾਂ ਤੂੰ ਚੱਲੀ ਐ, ਕਿਵੇਂ ਦੀਆਂ ਗੱਲਾਂ ਕਰਦੀ ਐ, ਬਾਣੀ ਆਟੇ ਰਾਹੀਂ ਸਾਡੇ ਅੰਦਰ ਕਿਵੇਂ ਚਲੇ ਜਾਏਗੀ। ਕਹਿਣ ਲੱਗੇ, ਉਦੋਂ ਨਹੀਂ ਸੀ ਪਤਾ ਲੱਗਦਾ, ਪਰ ਅੱਜ ਪਤਾ ਲੱਗਦਾ ਆ। ਅੱਜ ਉਸ ਮੰਜ਼ਲ ਤੇ ਪਹੁੰਚੇ ਆ। ਮਾਂ ਦੀਆਂ ਅਸੀਸਾਂ, ਮਾਂ ਦੀ ਪੜ੍ਹੀ ਹੋਈ ਬਾਣੀ, ਘੁਲਿਆ ਹੋਇਆ ਉਹ ਜੀਵਨ ਸਾਡੀ ਜ਼ਿੰਦਗੀ ਨੂੰ ਗੁਰੂ ਨਾਲ ਜੋੜ ਕੇ ਆ। ਇਸ ਲਈ ਮੈਂ ਇਹ ਤਰਲਾ ਲਵਾਂ ਪਿਆਰਿਓ, ਸਤਿਗੁਰੂ ਦਾ ਅੱਜ ਸੁਨੇਹਾ ਹੀ ਇਹ ਹੈ, ਸਭ ਤੋਂ ਵੱਡਾ ਆਸਰਾ ਆ ਰੱਬੀ ਬਾਣੀ ਦਾ। ਜਿੱਦਣ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਤੁਰੋਗੇ, ਯਾਦ ਰੱਖਿਓ, ਜਿੰਨੀ ਮਰਜ਼ੀ ਦੂਰ ਦੇਸ਼ਾਂ ਵਿਦੇਸ਼ਾਂ 'ਚ ਕਿਉਂ ਨਾ ਬੱਚੇ ਵਸਦੇ ਹੋਣ, ਗੁਰੂ ਦੀ ਬਾਣੀ ਦਾ ਆਸਰਾ, ਜਪਜੀ ਦਾ ਆਸਰਾ ਜਿੰਨਾ ਚਿਰ ਸਿੱਖ ਕੋਲ ਹੈ, ਯਾਦ ਰੱਖਿਓ, ਸਿੱਖ ਕਦੇ ਨਹੀਂ ਮਰਦਾ। ਜਿੱਦਣ ਗੁਰੂ ਦੇ ਚਰਨਾਂ ਦਾ ਆਸਰਾ ਛੱਡਿਆ, ਸਮਝ ਲੈਣਾ ਉਦਣ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਅੱਜ ਪਿਤਾ ਗੁਰੂਦੇਵ ਕਹਿੰਦੇ ਨੇ, ਜਿਨ੍ਹਾਂ ਨੇ ਆਸਰਾ ਤੱਕਿਆ ਬਾਣੀ ਦਾ, ਸਹਾਰਾ ਲਿਆ ਸੰਤ ਜਨਾਂ ਨੇ, ਉਹ ਜੀਵਨ ਤੋਂ ਪਾਰ ਲੰਘ ਗਏ। ਔਰ ਉਹਨਾਂ ਗੁਰਮੁਖਾਂ ਦੀ ਸੰਗਤ ਪਰਮ ਪਿਤਾ ਪਰਮਾਤਮਾ ਦੇ ਦਰ ਦਾ ਸਹਾਰਾ ਓਟ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਏ ਕਹਾਂ ਮਾਂ। ਮਹਾਰਾਜ ਕਹਿੰਦੇ ਨੇ, ਇੱਕ ਮਾਇਆ ਦੀ ਤਪਸ਼ਿਆ, ਇੱਕ ਹਿਰਦੇ ਦੀ ਤਪਸ਼ਿਆ। ਬੇਸ਼ੱਕ ਬਾਹਰ ਅੱਜ ਮੀਂਹ ਪੈਂਦਾ, ਮੌਸਮ ਠੰਡਾ ਹੋਏ, ਪਰ ਯਾਦ ਰੱਖਿਓ, ਇਹ ਮੌਸਮ ਕਿਸੇ ਦੇ ਗੁੱਸੇ ਨੂੰ, ਕ੍ਰੋਧ ਨੂੰ ਕੰਟਰੋਲ ਨਹੀਂ ਕਰ ਸਕਦਾ। ਵਕਤ ਦੀ ਰੁੱਤ ਦਾ ਜੀਵਨ ਉੱਤੇ ਕੋਈ ਆਸਰਾ ਨਹੀਂ। ਹੋਰ ਸੌਖਾ ਸਮਝਣਾ ਹੋਏ, ਪਿਤਾ ਗੁਰੂਦੇਵ ਤੱਤੀਆਂ ਤਵੀਆਂ ਤੇ ਬੈਠੇ, ਤੱਤੀ ਅੱਗ, ਤੱਤੀ ਤਵੀ, ਤੱਤੀ ਰੇਤ, ਤੱਤੇ ਲੋਕ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਦੀ ਠੰਡਕ ਨੂੰ ਵਕਤ ਦਾ ਸੇਕ ਦੂਰ ਨਹੀਂ ਕਰ ਸਕਿਆ। ਭਾਵੇਂ ਚਰਖੜੀਆਂ ਆਈਆਂ, ਭਾਵੇਂ ਬੰਦ ਜੁਦਾ ਹੋਇਆ, ਖੋਪਰ ਲੈ ਗਏ, ਬੱਚਿਆਂ ਦੇ ਟੁਕੜੇ ਕਰ ਕਰ ਗਲਾਂ 'ਚ ਹਾਰ ਪੈ ਗਏ, ਪਰ ਅੰਦਰ ਦੇ ਜੀਵਨ ਨੂੰ ਬਾਹਰ ਦਾ ਪੱਖ ਬਦਲ ਨਹੀਂ ਸਕਿਆ। ਹਜ਼ੂਰ ਕਹਿੰਦੇ ਨੇ, ਜਿਹੜੀ ਹਿਰਦੇ ਦੀ ਤਪਸ਼ਿਆ, ਹਿਰਦੇ ਦੀ ਪੀੜਾ ਆ, ਦੁੱਖ ਆ, ਚੰਦਨ ਚੰਦ ਨਾ ਸਰਦ ਰੁੱਤ, ਨਾ ਤੇ ਚੰਦ ਦੀ ਠੰਡੀ ਰੌਸ਼ਨੀ ਜੀਵਨ ਨੂੰ ਬਦਲਾ ਸਕਦੀ ਹੈ, ਨਾ ਸਰਦੀ ਦੀ ਠੰਡ, ਸਰਦੀ ਦੀ ਰੁੱਤ ਹੀ ਜੀਵਨ ਨੂੰ ਬਦਲਾਉਣ ਵਿੱਚ ਮਦਦ ਕਰਦੀ ਹੈ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਅੰਦਰ ਨੂੰ ਟਿਕਾ ਮਿਲ ਸਕਦਾ ਹੈ, ਠੰਡਕ ਮਿਲ ਸਕਦੀ ਏ, ਜੀਵਨ ਸ਼ਾਂਤੀ ਵਿੱਚ ਆ ਸਕਦਾ ਹੈ, ਤੇ ਕੇਵਲ ਪਰਮ ਪਿਤਾ ਪਰਮਾਤਮਾ ਦੇ ਨਾਮ ਨਾਲ ਜੁੜਿਆ। ਸੰਸਾਰ ਕੁਝ ਕਹਿੰਦਾ ਹੋਵੇ, ਪਰ ਜਦੋਂ ਧਰਮ ਦੀ ਗੱਲ ਨੂੰ ਪੜੋਗੇ ਨਾ, ਸੱਚੇ ਪਾਤਸ਼ਾਹ ਇਹ ਗੱਲ ਤਾਂ ਹੀ ਕਹਿੰਦੇ ਆ ਨਾ,
ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕਿਛ ਪਾਏ। ਅੰਦਰ ਠੰਡਕ ਦਏਗਾ ਤੇ ਪਰਮੇਸ਼ਰ ਦਾ ਨਾਮ, ਵਾਹਿਗੁਰੂ ਦੀ ਯਾਦ। ਹਜ਼ੂਰ ਕਹਿੰਦੇ ਨੇ ਮਾਲਕ ਦਾ ਨਾਮ ਹੀ ਅੰਦਰ ਨੂੰ ਜੀਵਨ ਨੂੰ ਠੰਡਕ ਬਖਸ਼ਦਾ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਜਿਨ੍ਹਾਂ ਜਿਨ੍ਹਾਂ ਰੱਬੀ ਪਿਆਰਿਆਂ ਨੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦਾ ਆਸਰਾ ਤੱਕਿਆ, ਜਿਨ੍ਹਾਂ ਨੇ ਮਾਲਕ ਦੀ ਓਟ ਲਈ, ਸਹਾਰਾ ਲਿਆ, ਉਹ ਸਗਲੇ ਜਨ ਇਸ ਸੰਸਾਰ ਤੋਂ ਆਪਣੇ ਜੀਵਨ ਨੂੰ ਸਫਲ ਕਰ ਗਏ। ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲ ਸਾਥਾ। ਕਿੰਨੀ ਸੰਗਤ ਸਤਿਗੁਰੂ ਗੁਰੂ ਰਾਮਦਾਸ ਪਿਤਾ ਦੇ ਦਰਬਾਰ ਵਿੱਚ ਆਉਂਦੀ ਹੈ, ਕਿੱਥੋਂ ਕਿੱਥੋਂ ਰੱਬ ਦੇ ਪਿਆਰੇ ਚੱਲ ਕੇ ਆਉਂਦੇ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਸਮੁੱਚੀ ਦੁਨੀਆ ਨੂੰ ਤਾਰਨ ਦੀ ਜ਼ਿੰਮੇਵਾਰੀ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਇਸ ਤਰ੍ਹਾਂ ਜਿਹੜੇ ਜਨ, ਜਿੰਨੀ ਕਾਇਨਾਤ ਦੁਨੀਆ ਦੇ ਲੋਕ ਸਤਿਗੁਰੂ ਦੇ ਦਰ ਘਰ ਦਾ ਆਸਰਾ ਤੱਕਦੇ ਨੇ, ਮਹਾਰਾਜ ਕਹਿੰਦੇ ਨੇ ਜੀਵਨ ਵਿੱਚ ਉਹਨਾਂ ਦਾ ਉਧਾਰ ਹੁੰਦਾ ਹੈ। ਸੁਣ ਪ੍ਰਤਾਪ ਗੋਬਿੰਦ, ਨਿਰਭਉ ਭਏ ਮਾਨਾ। ਜਦੋਂ ਮਾਲਕ ਦੇ ਘਰ ਦਾ ਪ੍ਰਤਾਪ ਸੁਣਿਆ, ਸ਼ੋਭਾ ਸੁਣੀ ਤੇ ਮਨ ਨਿਰਭਉ ਹੋ ਗਿਆ। ਇੱਕ ਹੈ ਭਉ ਵਿੱਚ ਰਹਿਣਾ, ਇੱਕ ਹੈ ਨਿਰਭਉ ਹੋ ਜਾਣਾ। ਸਾਰਾ ਸੰਸਾਰ ਭਉ ਵਿੱਚ ਹੀ ਜੀਂਦਾ ਹੈ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਨਮਾਂ ਦੇ ਜਨਮ ਬੀਤ ਚੱਲੇ, ਮੌਤ ਦਾ ਭੈ ਨਹੀਂ ਮੁੱਕਿਆ। ਕਿਸੇ ਨੂੰ ਕਿਸੇ ਤਰ੍ਹਾਂ ਦਾ ਭੈ ਹੈ। ਪਿਤਾ ਗੁਰੂਦੇਵ ਕਹਿੰਦੇ ਨੇ, ਜਿੱਦਣ ਗੁਰੂ ਦੇ ਘਰ ਦੀ ਸ਼ੋਭਾ ਸੁਣੀ ਨਾ, ਅੰਦਰਲਾ ਭਉ ਜਿਹੜਾ ਮੁੱਕ ਗਿਆ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਉਹਨਾਂ ਦੇ ਜੀਵਨ ਦਾ ਭਉ ਮੁੱਕ ਜਾਂਦਾ ਹੈ। ਟੋਟ ਨਾ ਆਵੈ ਮੂਲ, ਸੰਚਿਆ ਨਾਮ ਧਨ। ਸੰਸਾਰ ਦਾ ਧਨ ਇਕੱਠਾ ਕਰਦੇ ਰਹੀਏ ਤੇ ਮੁੱਕਦਾ ਜਾਂਦਾ ਹੈ, ਪਰ ਧਰਮ ਇਸ ਗੱਲ ਦੀ ਮੋਹਰ ਲਾਉਂਦਾ ਹੈ, ਜਿਨ੍ਹਾਂ ਕੋਲ ਨਾਮ ਧਨ ਆ ਉਹ ਵਧੇਗਾ, ਉਹ ਕਦੇ ਘਟੇਗਾ ਨਹੀਂ। ਟਿਚਰ ਮੂਲ ਨਾ ਥੁਣੀ ਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿਨ੍ਹਾਂ ਨੇ ਸਤਿਗੁਰੂ ਦੇ ਦਰ ਦਾ ਆਸਰਾ ਤੱਕਿਆ, ਉਹਨਾਂ ਕੋਲ ਕਦੇ ਵੀ ਕਿਸੇ ਚੀਜ਼ ਦੀ ਥੋੜ ਨਹੀਂ ਰਹਿੰਦੀ ਹੈ। ਸੰਤ ਜਨਾ ਸਿਓ ਸੰਗ, ਪਾਈਐ ਵੱਡਾ ਪੁੰਨ। ਵੱਡਿਆਂ ਭਾਗਾਂ ਦੇ ਨਾਲ, ਸਤ ਸੰਗਤ ਦੇ ਨਾਲ ਮਿਲਾਪ ਹੁੰਦਾ ਹੈ, ਭਾਗਾਂ ਤੋਂ ਬਿਨਾ ਨਹੀਂ। ਮਹਾਰਾਜ ਰੋਜ਼ ਇਹ ਦਾਤ ਸਾਡੀ ਝੋਲੀ ਪਾਉਂਦੇ ਆ, ਵੱਡ ਭਾਗੀ ਸਤ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੇਂ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਵੱਡਿਆਂ ਭਾਗਾਂ ਨਾਲ ਸੰਤ ਜਨਾਂ ਦੇ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਸੰਗਤ ਮਿਲਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਸਤਿਗੁਰੂ ਕਹਿੰਦੇ ਨੇ ਜੀਵਨ ਦਾ ਕਰਮ ਹੀ ਇਹ ਹੈ, ਅੱਠੇ ਪਹਿਰ ਪਰਮਾਤਮਾ ਨੂੰ ਧਿਆ, ਉਹਦਾ ਨਾਮ ਸੁਣ, ਉਹਦਾ ਨਾਮ ਜਪ। ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਰਮ ਬਣ ਗਿਆ, ਮਾਲਕ ਦੇ ਚਰਨਾਂ ਨਾਲ ਇਹ ਸਾਂਝ ਬਣ ਗਈ, ਸਤਿਗੁਰੂ ਦੇ ਘਰ ਨੂੰ ਸੁਣਨਾ ਆ ਜਾਏ, ਸੁਣ ਕੇ ਮੰਨਣਾ ਆ ਜਾਏ, ਜੀਵਨ ਬਦਲ ਜਾਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰੂ ਦੇ ਘਰ ਨੂੰ ਸੁਣ ਕੇ ਮੰਨ ਲੈਣਾ, ਉਹਦੇ ਬਖਸ਼ੇ ਰਾਹਾਂ ਤੇ ਚੱਲਣਾ,
ਜ਼ਿੰਦਗੀ ਦਾ ਇਹੀ ਕਰਮ ਹੈ। ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਦਾ ਮੂਲ ਇਹ ਸਾਂਝਾ ਕੀਤਾ ਹੈ। ਨਾਲ ਹੀ ਜੋ ਰੋਜ਼ਾਨਾ ਲੜੀਵਾਰ ਸ਼ਬਦ ਸੋਢੀ ਸੁਲਤਾਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਚੱਲ ਰਹੇ ਹਨ, ਆਓ ਨਾ ਪਾਵਨ ਬਚਨਾਂ ਨੂੰ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਚੌਥਾ। ਜੀ ਵਡ ਭਾਗ ਹੋਵੈ ਵਡ ਮੇਰੇ, ਜਨ ਮਿਲਦਿਆ ਢਿੱਲ ਨਾ ਲਾਈਆ। ਰਾਮ ਕਲੀ ਰਾਗ ਵਿੱਚ ਸਤਿਗੁਰੂ ਜੀ ਕਿਰਪਾ ਕਰਦਿਆਂ ਫਰਮਾਉਂਦੇ ਹਨ, ਜੇ ਵੱਡ ਭਾਗ ਹੋਵੇਂ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਕਹਿੰਦੇ ਨੇ ਜਦੋਂ ਕਿਤੇ ਸੰਗਤ ਦਾ ਮਿਲਾਪ ਹੋਵੇ, ਜਦੋਂ ਕਿਤੇ ਸੁਭਾਗ ਬਣੇ। ਕਈ ਵਾਰੀ ਇੰਜ ਹੁੰਦਾ ਹੈ, ਕੋਈ ਤੁਰਿਆ ਜਾ ਰਿਹਾ, ਗੁਰਦੁਆਰਾ ਸਾਹਿਬ ਨੂੰ ਅਚਾਨਕ ਆਵਾਜ਼ ਦੇ ਦਿੱਤੀ, ਚੱਲ ਵੀ ਗੁਰਦੁਆਰਾ ਸਾਹਿਬ ਦੀਦਾਰ ਕਰ ਆਈਏ। ਮੈਂ ਚੱਲਿਆ ਹਾਂ ਅੰਮ੍ਰਿਤਸਰ ਦੇ ਦਰਸ਼ਨ ਦੀਦਾਰਿਆਂ ਲਈ, ਚੱਲ ਕਿਤੇ ਉਧਰ ਨੂੰ ਚੱਲ ਆਈਏ। ਮਹਾਰਾਜ ਕਹਿੰਦੇ ਕਦੇ ਢਿੱਲ ਨਾ ਕਰੀ। ਸੰਸਾਰ ਰੋਕੇਗਾ, ਕਲਯੁਗ ਦਾ ਪਹਿਰਾ ਰੋਕੇਗਾ, ਪਰ ਢਿੱਲ ਨਾ ਕਰੀ, ਕਿਉਂਕਿ ਪਤਾ ਨਹੀਂ ਮੁੜ ਜੀਵਨ ਵਿੱਚ ਦੁਆਰਾ ਉਹ ਪਲ ਆਉਣੇ ਕਿ ਨਹੀਂ ਆਉਣੇ। ਇਸ ਲਈ ਧਰਮ ਕਮਾਉਣ ਲੱਗਿਆ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਉੜ ਭਾਗੀ ਤਿਤ ਨਾ ਵਾਈਆ। ਰੱਬ ਦੇ ਪਿਆਰਿਆਂ ਦੀ ਸਾਂਝ ਜਿਹੜੀ ਹੈ ਉਹ ਇਦਾਂ ਦੀ ਹੈ ਜਿਵੇਂ ਨਦੀ ਹੋਵੇ, ਸਮੁੰਦਰ ਹੋਵੇ, ਸਰੋਵਰ ਹੋਵੇ। ਜਿਵੇਂ ਸਰੋਵਰ ਵਿੱਚ ਨਹਾਤਿਆਂ ਮੈਲ ਦੂਰ ਹੋਏਗੀ, ਯਾਦ ਰੱਖੋ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਨਹਾਇਆ ਅੰਦਰ ਦੀ ਮੈਲ ਲੈ ਜਾਂਦੀ ਹੈ, ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ। ਰਾਮ ਮੋਕੋ ਹਰ ਜਨ ਕਰ ਲਾਈਆ। ਫਿਰ ਅਰਦਾਸ ਕਰਦਿਆਂ ਹਜ਼ੂਰ ਕਹਿੰਦੇ ਨੇ, ਗੁਰੂ ਅੱਗੇ ਅਰਦਾਸ ਕਰ, ਤਰਲਾ ਲੈ ਮਹਾਰਾਜ, ਸੰਸਾਰ ਦੇ ਤੇ ਬੜੇ ਕੰਮ ਕੀਤੇ ਨੇ, ਪਰ ਮੈਨੂੰ ਉਸ ਕਾਰੇ ਲਾ ਜਿਹੜੀ ਕਾਰ ਧਰਮ ਦੀ ਹੈ, ਜਿਹੜੀ ਕਾਰ ਤੇਰੇ ਘਰ ਦੀ ਹੈ, ਉਸ ਕਾਰੇ ਲਾ, ਔਰ ਉਹੀ ਕਾਰ ਤੇਰੇ ਦਰ ਦੀ ਸੱਚੀ ਸੁੱਚੀ ਹੈ। ਹਉ ਪਾਣੀ ਪੱਖਾ ਪੀਸੋ ਸੰਤ ਆਗਾ, ਪਗ ਮਲ ਮਲ ਤੂਰ ਮੁਖ ਲਾਈਆ। ਮੈਂ ਉਹ ਸੱਚੀ ਕਾਰ ਸੇਵਾ ਕਰਦਿਆਂ ਸੰਗਤ ਲਈ ਪਾਣੀ ਢੋਵਾਂ, ਪੱਖਾਂ ਫੇਰਾਂ, ਆਟਾ ਪੀਸਾਂ, ਲੰਗਰ ਦੀ ਸੇਵਾ ਕਰਾਂ ਤੇ ਰੱਬ ਦੇ ਪਿਆਰਿਆਂ ਦੇ ਚਰਨਾਂ ਤੱਕ ਧੋ ਦਿਆਂ, ਉਹਨਾਂ ਦੀ ਧੂੜ ਮਸਤਕ ਨੂੰ ਲਾ ਦਿਆਂ, ਜਿਨ੍ਹਾਂ ਦੇ ਆਸਰੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਹੁੰਦਾ ਹੈ। ਰਹਾਉ ਹਰ ਜਨ ਵੱਡੇ ਵੱਡੇ ਵੱਡ ਊਚੇ, ਜੋ ਸਤਿਗੁਰ ਮੇਲ ਮਿਲਾਈਆ। ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਵੀ ਰੱਬ ਵਰਗੇ ਹੀ ਹੋ ਜਾਂਦੇ ਨੇ, ਜਿਹੜੇ ਦੂਜਿਆਂ ਨੂੰ ਮਾਲਕ ਦੇ ਚਰਨਾਂ ਨੂੰ ਮਿਲਾਉਣ ਦੀ ਸਮਰੱਥਾ ਰੱਖਦੇ ਨੇ। ਬਾਣੀ ਦਾ ਬਚਨ ਹੈ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਲਲੇ ਸਲਲ ਸਮਾਏਂਦਾ। ਬੜੀ ਪਿਆਰੀ ਉਦਾਹਰਨ ਹੈ। ਜਿੰਨੀ ਸੰਗਤ ਸਤਿਗੁਰੂ ਗੁਰੂ ਰਾਮਦਾਸ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਨਮਸਤਕ ਹੁੰਦੀ ਹੈ, ਧਿਆਨ ਦੇਣਾ, ਪਰਕਰਮਾਂ ਵਿੱਚ ਬਣਿਆ ਹੋਇਆ ਬਾਬਾ ਦੀਪ ਸਿੰਘ ਜੀ ਦਾ ਅਸਥਾਨ, ਹਰ ਗੁਰੂ ਦਾ ਪਿਆਰਾ ਉੱਥੇ ਵੀ ਸਿਜਦਾ ਕਰਕੇ ਹੀ ਲੰਘਦਾ। ਧਿਆਨ ਦੇਣਾ, ਹੈਣ ਤੇ ਉਹ ਸਿੱਖ, ਪਰ ਸੱਚ ਇਹ ਵੇ ਰੱਬ ਦਾ ਪਿਆਰਾ ਰੱਬ ਵਰਗਾ ਹੋ ਜਾਂਦਾ ਹੈ। ਅੱਜ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਐ। ਜਿਹੜਾ ਸਤਿਗੁਰੂ ਨਾਲ ਮਿਲਾ ਦਏ, ਜੋੜ ਦਏ, ਉਹ ਵੀ ਮਾਲਕ ਵਰਗਾ ਹੀ ਬਣ ਜਾਂਦਾ ਹੈ। ਸਤਿਗੁਰ ਜੀ ਵਡ ਅਬਰ ਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਆ। ਕਹਿੰਦੇ ਨੇ ਸਾਂਝ ਸੱਜਣ ਸਿੱਖ ਜਨ ਨਾ ਰੱਖਣੀ ਹੈ, ਪਰ ਧਿਆਉਣਾ ਹਮੇਸ਼ਾ ਸਤਿਗੁਰੂ ਨੂੰ ਹੈ। ਧਿਆਉਣਾ ਜਪਣਾ ਜਿਹੜਾ ਆ ਉਹ ਹਮੇਸ਼ਾ ਸਤਿਗੁਰੂ ਨੂੰ ਹੈ, ਕਿਉਂਕਿ ਸਤਿਗੁਰੂ ਵਰਗਾ ਦੁਨੀਆ ਵਿੱਚ ਦੂਜਾ ਹੋਰ ਕੋਈ ਨਹੀਂ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਉਸ ਮਾਲਕ ਦੀ ਸਦਾ ਸਿਫਤ ਸਲਾਹ ਕਰਨੀ ਹੈ। ਸਤਿਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਆ। ਕਹਿੰਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਜੁੜ ਜਾਂਦੇ ਨੇ, ਮਾਲਕ ਦੇ ਦਰ ਨਾਲ ਆਪਣੀ ਸਾਂਝ ਬਣਾ ਲੈਂਦੇ ਨੇ, ਗੁਰੂ ਹਮੇਸ਼ਾ ਉਹਨਾਂ ਦੀ
ਪੱਤ ਕੱਜ ਲੈਂਦਾ ਹੈ। ਗੁਰੂ ਉਹਨਾਂ ਦੀ ਹਮੇਸ਼ਾ ਲਾਜ ਰੱਖਦਾ ਹੈ, ਕਿਉਂਕਿ ਗੁਰੂ ਦਾ ਬਿਰਦ ਹੀ ਮਾਂ ਬਾਪ ਵਰਗਾ ਹੈ। ਜੈਸਾ ਬਾਰਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ, ਮਾਰਗ ਪਾਵੇ। ਮੈਲੇ ਤੋਂ ਮੈਲਾ ਵੀ ਜਿੱਦਣ ਗੁਰੂ ਦੇ ਦਰ ਦਾ ਹੋ ਜਾਏ, ਗੁਰੂ ਦੀ ਇੱਕ ਨਜ਼ਰ ਜਨਮਾਂ ਜਨਮਾਂ ਦੇ ਮੈਲ ਨੂੰ ਧੋ ਦਿੰਦੀ ਹੈ, ਤੇ ਸਤਿਗੁਰੂ ਆਪਣੇ ਸਿੱਖ ਦਾ ਜੀਵ ਦਾ ਪਰਦਾ ਕੱਜ ਲੈਂਦੇ ਹਨ। ਇਕ ਆਪਣਾ ਸੁਆਏ ਆਏ ਬਾਹੇ ਗੁਰ ਆਗਾ, ਜਿਉ ਬਗੁਲ ਸਮਾਦ ਲਗਾਈਆ। ਬੜਾ ਪਿਆਰਾ ਮਹਾਰਾਜ ਬਚਨ ਕੀਤਾ। ਸਤਿਗੁਰੂ ਕਹਿੰਦੇ ਨੇ ਸਾਰਿਆਂ ਦਾ ਆਉਣਾ ਇੱਕੋ ਜਿਹਾ ਨਹੀਂ ਹੈ, ਕੋਈ ਗੁਰੂ ਨਾਲ ਵੀ ਚਲਾਕੀਆਂ ਹੀ ਕਰਦੇ ਨੇ। ਮਾਫ ਕਰਨਾ, ਸੰਸਾਰ 'ਚ ਹੋ ਸਕਦਾ ਚਲਾਕੀ ਚੱਲ ਜਾਏ, ਪਰ ਗੁਰੂ ਦੇ ਦਰ ਨਹੀਂ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿਹੜਾ ਬੀਜ ਬੀਜਿਆ ਉਗਣਾ ਉਹੀ ਹੈ। ਪਿਤਾ ਗੁਰੂਦੇਵ ਕਹਿੰਦੇ ਨੇ ਕੁਝ ਸਵਾਰਥੀ ਵੀ ਨੇ, ਸਿਰਫ ਸਵਾਰਥ ਨੂੰ ਰੱਖ ਕੇ ਅੱਗੇ ਹੋ ਬਹਿਣਾ। ਅੱਗੇ ਹੋ ਕੇ ਬਹਿਣ ਦਾ ਮਤਲਬ ਇਹ ਨਹੀਂ ਵੀ ਮਾਲਕ ਦੇ ਨਜ਼ਦੀਕੀ ਗੱਲ, ਅੱਗੇ ਹੋ ਕੇ ਆਪਣਾ ਆਪ ਦਿਖਾਉਣਾ, ਪ੍ਰਗਟ ਕਰਨਾ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਕਾਂ ਵਰਗਾ ਹੈ, ਬਗਲੇ ਵਰਗਾ ਹੈ। ਉਹਨਾਂ ਦੀ ਜ਼ਿੰਦਗੀ ਬਗਲੇ ਦੀ ਸਮਾਧੀ ਵਰਗੀ ਹੈ। ਬਗੁਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਆ। ਬਗਲੇ ਤੇ ਕਾਂ ਦੀ ਜਿਹੜੀ ਸੰਗਤ ਹੈ ਉਹ ਬੜੀ ਨੀਚ ਆ। ਐਵੇਂ ਉਹ ਲੋਕ ਦਰ ਆਏ ਵੀ ਪ੍ਰਵਾਨ ਨਹੀਂ ਜਿਨ੍ਹਾਂ ਦਾ ਹਿਰਦਾ ਮੈਲ ਨਾਲ ਭਰਿਆ ਹੋਇਆ। ਸਤਿਗੁਰੂ ਆਖਦੇ ਨੇ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ, ਧਰ ਤਰਾਜ਼ੂ ਤੋਲੀਐ ਨਿਵੇਂ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਥੀਐ ਜਰ ਦੇ ਕਸੁੱਦੇ ਜਾਏ। ਹਜ਼ੂਰ ਕਹਿੰਦੇ ਨੇ ਬਗਲੇ ਤੇ ਕਾਂ ਦੀ ਸੰਗਤ ਹੀ ਨੀਚ ਹੈ, ਪਰ ਗੁਰੂ ਹਿਰਦੇ ਦੀਆਂ ਜਾਣਨ ਵਾਲਾ ਹੈ। ਸਤਿਗੁਰੂ ਦੇ ਕੋਲ ਕਲਗੀਧਰ ਮਹਾਰਾਜ ਕੋਲ ਬਹਾਦਰ ਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲਓ। ਸਤਿਗੁਰੂ ਨੇ ਇੱਕ ਸਿੱਕਾ ਦੇ ਕੇ ਆਖਿਆ ਬਹਾਦਰ ਸ਼ਾਹ ਜਾ ਬਾਜ਼ਾਰੋਂ ਕੁਝ ਦਾ ਲੈ ਕੇ ਆ। ਕੁਝ ਸਮੇਂ ਬਾਅਦ ਮੁੜ ਕੇ ਆ ਕੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਇਹ ਸਿੱਕਾ ਚੱਲਿਆ ਨਹੀਂ, ਇਹਦੀ ਚਾਂਦੀ ਖੋਟੀ ਹੈ। ਸਤਿਗੁਰੂ ਕਹਿੰਦੇ ਫਿਰ ਕੀ ਹੋਇਆ, ਚਾਂਦੀ ਖੋਟੀ ਹੈ, ਪਰ ਇਹਦੇ ਉੱਤੇ ਜਿਹੜੀ ਇਬਾਰਤ ਲਿਖੀ ਹੈ ਉਹ ਪਾ ਕੇ ਕੁਰਾਨ ਮਜੀਦ ਦੀ ਹੈ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਕੁਰਾਨ ਦੀ ਆਇਤ ਕੁਝ ਨਹੀਂ ਕਰ ਸਕਦੀ ਜਿੰਨਾ ਚਿਰ ਚਾਂਦੀ ਖੋਟੀ ਹੈ। ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੇਰਾ ਹਿਰਦਾ ਖੋਟਾ ਹੈ ਤੇਰੀ ਜ਼ਬਾਨ ਦੇ ਬੋਲ ਕਦੇ ਪ੍ਰਵਾਨ ਨਹੀਂ ਹੋ ਸਕਦੇ। ਕਹਿਣ ਲੱਗਾ ਮਹਾਰਾਜ ਮੇਰਾ ਹਿਰਦਾ ਕਿਉਂ ਖੋਟਾ? ਹਜ਼ੂਰ ਕਹਿੰਦੇ ਆਇਆ ਸੰਗਤ ਵਿੱਚ ਤੂੰ ਬਾਅਦ ਚ ਹੈ, ਪਰ ਸਾਡਾ ਸਿੱਖ ਭਾਈ ਜਵਾਹਰ ਸਿੰਘ ਜੜੀਆ ਬੈਠਾ ਹੈ, ਉਹਦੀ ਛੋਟੀ ਜੀ ਸੁਪੁੱਤਰੀ ਵੱਲ ਵੇਖ ਕੇ ਤੇਰਾ ਮਨ ਪਹਿਲਾਂ ਮੈਲਾ ਹੋ ਗਿਆ, ਤੂੰ ਗੁਰੂ ਕੋਲੋਂ ਕੀ ਮੰਗੇਗਾ? ਯਾਦ ਰੱਖਿਓ ਆਉਣਾ ਸਭ ਦਾ ਇੱਕੋ ਜਿਹਾ ਨਹੀਂ, ਹਿਰਦਾ ਮੈਲ ਨਾਲ ਭਰਿਆ। ਤੇ ਹਜ਼ੂਰ ਕਹਿੰਦੇ ਨੇ ਉਹ ਜ਼ਿੰਦਗੀਆਂ ਪ੍ਰਵਾਨ ਨਹੀਂ ਹੁੰਦੀਆਂ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਆ। ਸਤਿਗੁਰੂ ਸੰਪੂਰਨਤਾ ਕਰਦਿਆਂ ਸ਼ਬਦ ਦੀ ਕਹਿੰਦੇ ਨੇ ਦਾਤਾ ਐਸੀ ਸੰਗਤ ਦਿਓ, ਐਸਾ ਪਿਆਰ ਬਖਸ਼ ਦਿਓ, ਸਾਡਾ ਜੀਵਨ ਤੇਰੇ ਚਰਨਾਂ ਨਾਲ ਜੁੜ ਕੇ ਹੰਸਾਂ ਵਰਗਾ ਬਣ ਜਾਏ। ਹੰਸਾਂ ਹੀਰਾ ਮੋਤੀ ਚੁਗਣਾ ਬੱਗ, ਡੱਡਾਂ ਭਾਲਣ ਜਾਵੇ। ਰੱਬ ਦੇ ਪਿਆਰਿਆਂ ਦੀ ਸੰਗਤ ਜੀਵਨ ਨੂੰ ਪਾਰ ਲਾ ਦਿੰਦੀ ਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਤੇ ਆਇਆ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਹੋਵੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ, ਸ਼ੁਕਰਾਨਾ ਧੰਨਵਾਦ ਸਤਿਗੁਰੂ ਜੀ ਦੇ ਦਰ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਆਓ ਪਾਵਨ ਸ਼ਬਦ ਦੇ ਬਚਨਾਂ ਨੂੰ ਇੱਕ ਵਾਰ ਫਿਰ ਪੜ੍ਹੀਏ ਜੀ। ਬਗੁਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਆ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।